ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਗੁਰਬਾਣੀ ਗੁਰੂ ਦੇ ਵਿੱਚ ਸਾਰੀ ਸੱਚ ਦੀ ਵਿਚਾਰੀ ਚੱਲਦੀ ਹੈ, ਅਤੇ ਜਿਹੜਾ ਵੱਡੇ ਭਾਗ ਹੋਣ ਪੁਰਬਲੀ ਭਗਤੀ ਹੋਵੇ ਅਤੇ ਗੁਰਬਾਣੀ ਗੁਰੂ ਦੀ ਵਿਚਾਰ ਨੂੰ ਸਮਝ ਜਾਵੇ। ਇਕੱਲਾ ਗੁਰਬਾਣੀ ਗੁਰੂ ਹੀ ਨਹੀਂ, ਸਮੇਂ ਸਮੇਂ 'ਤੇ ਸੱਚੇ ਪਾਤਸ਼ਾਹ ਨੇ ਪਹਿਲੋਂ ਵੀ ਪਿਛਲੇ ਯੁਗਾਂ ਦੇ ਵਿੱਚ, ਪਿਛਲੇ ਸਮੇਂ ਦੇ ਵਿੱਚ ਵੇਦ, ਸਿਮਰਤੀਆਂ, ਪੁਰਾਣ, ਸ਼ਾਸਤਰ, ਕਤੇਬ ਜਾਂ ਆਪਾਂ ਜਿਵੇਂ ਕੁਰਾਨ ਕਹਿ ਦਈਏ, ਜਾਂ ਹੋਰ ਵੀ ਅਨੇਕਾਂ ਹੀ ਸੰਤਾਂ, ਰਿਸ਼ੀਆਂ, ਸਾਧੂਆਂ, ਮਹਾਂਪੁਰਸ਼ਾਂ ਦੀਆਂ ਜਿਹੜੇ ਲਿਖਤ ਰੂਪ ਦੇ ਵਿੱਚ ਪਵਿੱਤਰ ਗ੍ਰੰਥ ਜਿਹੜੇ ਸੀ ਉਹ ਹੋਂਦ ਵਿੱਚ ਲੈ ਕੇ ਆਉਂਦੇ ਸੀ, ਜਿਨ੍ਹਾਂ ਨੂੰ ਫਿਰ ਵਿਚਾਰ ਕੇ ਕਿਸੇ ਵੀ ਵੇਦ ਧਰਮ ਸ਼ਾਸਤਰ ਨੂੰ ਉਦੋਂ ਵਿਚਾਰਿਆ ਜਾਂਦਾ ਹੈ ਜਦੋਂ ਅੱਗੋਂ ਅਗਵਾਈ ਹੋਵੇ ਸਾਨੂੰ ਕਿਸੇ ਪੂਰਨ ਦੀ। ਜਿਵੇਂ ਕਿਤਾਬ ਕਿਸੇ ਵੀ ਕਲਾਸ ਦੀ ਹੋਵੇ, ਚਾਹੇ 11ਵੀਂ ਦੀ ਹੈ, ਚਾਹੇ 12ਵੀਂ ਦੀ ਹੈ, ਚਾਹੇ ਪਹਿਲੀ ਕਲਾਸ ਦੀ ਹੈ, ਕਿਤਾਬ ਤਾਂ ਕੋਈ ਵੀ ਲੈ ਸਕਦਾ, ਪਰ ਉਹਨੂੰ ਉਸ ਕਿਤਾਬ ਦਾ ਮੁੱਲ ਉਦੋਂ ਪੈਂਦਾ ਜਾਂ ਉਸ ਕਿਤਾਬ ਦੀ ਸਮਝ ਉਦੋਂ ਆਉਂਦੀ ਹੈ ਜਦੋਂ ਅੱਗੋਂ ਟੀਚਰ ਮਿਲਦਾ, ਉਸ ਕਿਤਾਬ ਨੂੰ ਸਮਝਾਉਣ ਵਾਲਾ ਤਰੀਕਾ ਮਿਲਦਾ ਉਸ ਕਿਤਾਬ ਨੂੰ ਪੜ੍ਹਨ ਦਾ। ਇਸੇ ਤਰੀਕੇ ਧਾਰਮਿਕ ਗ੍ਰੰਥ, ਧਾਰਮਿਕ ਜਿਹੜੀ ਇਹ ਬਾਣੀ ਹੁੰਦੀ ਹੈ, ਜਿਨ੍ਹਾਂ ਨੂੰ ਫਿਰ ਪੂਰਨ ਗੁਰੂ, ਜਿਨ੍ਹਾਂ ਦਾ ਮਿਲਾਪ ਹੁੰਦਾ, ਐਕਸਪੀਰੀਅੰਸ ਹੁੰਦਾ, ਉਹ ਸਮਝਾਉਂਦੇ। ਸੋ ਆਪਾਂ ਸਮਝੇ ਸਾਨੂੰ ਪੂਰਨ ਟੀਚਰ ਮਿਲੇ, ਸਾਧੂ ਮਿਲੇ, ਉਹਨਾਂ ਨੇ ਆਪਾਂ ਨੂੰ ਸਮਝਾਈ ਕਬੀਰ ਸਾਹਿਬ ਦੀ ਬਾਣੀ, ਰਵਿਦਾਸ ਜੀ ਦੀ ਬਾਣੀ, ਗੁਰੂ ਨਾਨਕ ਦੇਵ ਦੀ ਬਾਣੀ, ਭਾਵ ਕਿ ਸਾਰੇ ਗੁਰਮੁਖਾਂ ਦੀ ਬਾਣੀ ਆਪਾਂ ਨੂੰ ਸਮਝਾਈ, ਸਰਬ ਵਰਣ ਦੀ ਸਾਂਝੀ ਬਾਣੀ। ਸੋ ਫਿਰ ਜਦੋਂ ਵਿਚਾਰ ਬਾਣੀ ਦੇ ਵਿੱਚੋਂ ਮੂਲ ਰੂਪ ਦੇ ਵਿੱਚ ਪ੍ਰਗਟ ਆਉਂਦਾ ਹੈ, ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜਿੰਨਾ ਵੀ ਖੇਲ ਹੈ ਸਾਰਾ ਪਸਾਰਾ ਮਾਲਕ ਦਾ ਹੈ, ਮਾਲਕ ਦੀ ਪਰਮ ਮੈਂ ਦੇ ਵਿੱਚੋਂ ਸਾਰੀ ਮੈਂ ਨਿਕਲੀ ਆ। ਤੇ ਫਿਰ ਕਿਸੇ ਭਗਤ ਨੇ ਪੁੱਛਿਆ ਮਾਲਕ ਨੂੰ ਵੀ ਜੇ ਤੁਸੀਂ ਹੋ, ਤੁਸੀਂ ਪਵਿੱਤਰ ਹੋ, ਤੁਹਾਡੀ ਰਚਨਾ ਪਵਿੱਤਰ ਹੈ, ਤੇ ਫਿਰ ਨਾਮ ਜਪਾਉਣ ਦੀ ਕੀ ਲੋੜ ਪੈਂਦੀ, ਫਿਰ ਪ੍ਰਚਾਰ ਕਰਨ ਦੀ ਕੀ ਲੋੜ ਪੈਂਦੀ। ਮਹਾਰਾਜ ਸੱਚੇ ਪਾਤਸ਼ਾਹ ਫਿਰ ਉੱਥੇ ਦੱਸਦੇ ਆ ਕਿ ਮੈਂ 2 ਟੀਮਾਂ ਬਣਾਈਆਂ ਹੋਈਆਂ ਖੁਦ ਦੇ ਵਿੱਚੋਂ। ਇੱਕ ਟੀਮ ਜਿਹਨੂੰ ਵਿਚਾਰਾਂ ਦੀ ਟੀਮ ਕਿਹਾ ਜਾਂਦਾ, ਜਿਨ੍ਹਾਂ ਦੇ ਰਾਹੀਂ ਸਾਡੇ ਅੰਦਰ ਵਿਚਾਰ ਆਉਂਦੇ ਨੇ ਨੈਗੇਟਿਵ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਕਾਲ, ਮਾਇਆ। ਤੇ ਦੂਜੀ ਟੀਮ ਹੈ ਜਿਹੜੀ ਉਹ ਧਰਮ ਦੀ ਟੀਮ ਹੈ, ਜਿਹਦਾ ਮੁਖੀ ਆਤਮਾ ਹੈ। ਤੇ ਮੈਂ ਇਹ ਪ੍ਰਚਾਰ, ਇਹ ਨਾਮ, ਇਹ ਧਰਮ ਦਾ ਜਿਹੜਾ ਵਿਸ਼ਾ ਹੈ ਸ਼ਬਦਾਂ ਦੇ ਵਿੱਚ ਇਸ ਕਰਕੇ ਪ੍ਰਗਟ ਕਰਦਾ, ਮੈਂ ਦੇਖਣਾ ਚਾਹੁੰਦਾ ਕਿ ਜਿਹੜਾ ਮਨ ਹੈ, ਮਨ ਖਿਡਾਰੀ ਹੈ, ਤੇ ਇਹ ਧਰਮ ਦਾ ਗਿਆਨ ਲੈ ਕੇ, ਮੇਰਾ ਗਿਆਨ ਲੈ ਕੇ ਕਿਸ ਤਰੀਕੇ ਇਹਨਾਂ ਪੰਜਾਂ ਦਾ ਬਲ ਜਿਹੜਾ ਹੈ ਇਹਨੂੰ ਭੰਨਦਾ, ਇਹਨੂੰ ਤੋੜਦਾ। ਚੱਲਦੇ ਹੁਕਮ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਆ ਦੰਗਲ ਕਰਾਓ ਕੇ ਦੇਖਦੇ ਆ। ਜਿਵੇਂ ਆਪਾਂ ਦੇਖਦੇ ਆ ਇੱਕ ਪਿਓ ਦੇ ਬੱਚੇ ਹੁੰਦੇ ਆ, ਤੇ ਪਹਿਲੋਂ ਤਾਂ ਇਹ ਪੁਰਾਤਨ ਸੰਸਕ੍ਰਿਤੀ ਹੁੰਦੀ ਸੀ ਕਿ ਪਿਤਾ ਆਪਦੇ ਬੱਚਿਆਂ ਦਾ ਹੀ ਜਿਹੜਾ ਪ੍ਰੈਕਟੀਕਲ ਕੁਸ਼ਤੀ ਕਰਾਉਂਦੇ ਹੁੰਦੇ ਸੀਗੇ, ਦੇਖਦੇ ਸੀ ਵੀ ਕਿਹੜਾ ਤਕੜਾ। ਸ਼ਾਬਾਸ਼ ਸਾਰਿਆਂ ਨੂੰ ਮਿਲਦੀ, ਪਰ ਤਕੜੇ ਨੂੰ ਵੱਧ ਸ਼ਾਬਾਸ਼ ਮਿਲਦੀ ਸੀ। ਸੋ ਇਸ ਕਰਕੇ ਮਾਲਕ ਨੇ ਜਿਹੜਾ ਇਹ ਪੰਜਾਂ ਦਾ ਬਲ ਭੰਨਣਾ, ਜੋ ਇਹ ਆਪਦੇ ਆਪ ਨੂੰ ਸਮਝਦੇ ਆ ਨਾ ਵੀ ਅਸੀਂ ਜਿਵੇਂ ਵਿਚਾਰ ਦਿੱਤੇ ਜਾਣਗੇ ਉਵੇਂ ਲੋਕ ਚੱਲੀ ਜਾਣਗੇ, ਸਾਨੂੰ ਕਿਹੜਾ ਰੋਕਣ ਆਉਣਾ। ਕਾਲ ਦੇ ਵਿੱਚ ਬੜੀ ਹਉਮੈ ਆਈ ਵੀ ਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ 'ਚ ਬੜੀ ਹਉਮੈ ਹੁੰਦੀ ਆ। ਸਾਡੇ ਅੰਦਰ ਵਿਚਾਰਧਾਰਾ ਚੱਲਦੀ, ਜੋ ਸੂਖਮ ਰੂਪ 'ਚ ਆਪਦੇ ਅੰਦਰ ਵਿਚਰਦੇ ਆ ਜਦੋਂ, ਉਦੋਂ ਪਤਾ ਲੱਗਦਾ। ਜਿਹੜੇ ਸੁੱਤੇ ਆ ਮਾਇਆ ਦੇ ਵਿੱਚ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸਾਨੂੰ ਕੌਣ ਚਲਾਉਂਦਾ ਪਿਆ, ਕਿਵੇਂ ਸਾਨੂੰ ਵਿਚਾਰ ਆਉਂਦਾ ਪਿਆ। 4 ਕਿਤਾਬਾਂ ਪੜ੍ਹ ਲਈਆਂ, 4 ਪ੍ਰਚਾਰਕ ਸੁਣ ਲਏ, ਇਹੀ ਕਰਦੇ ਆ ਸਾਰੀ ਖੇਲ। ਉਹਨੂੰ ਗਿਆਨੀ ਬਣੇ ਬੈਠੇ।
ਕਾਲ ਚ ਹਉਮੈ ਆਈ ਹੋਈ ਆ ਤੇ ਅਸਲ ਛਤਰੀ ਜਾਂ ਆਪਾਂ ਕਹਿ ਲਈਏ ਅਸਲ ਸਿਪਾਹੀ ਜਾਂ ਅਸਲ ਯੋਧਾ ਉਹ ਆ ਜਦੋਂ ਅਨਿਆਂ ਹੁੰਦਾ ਤੇ ਹੁੰਦੇ ਅਨਿਆਂ ਦੇ ਵਿੱਚ ਜਿਹੜਾ ਉਹ ਬੇਹੋਸ਼ ਰਾਜਾ ਮਦਹੋਸ਼ ਰਾਜਾ ਹੁੰਦਾ ਹੈ ਨਾ, ਉਹਨੂੰ ਉਹਦਾ ਚਿਹਰਾ ਦਿਖਾਉਂਦਾ ਯੋਧਾ ਵੀ ਅਨਿਆਂ ਹੁੰਦਾ ਪਿਆ ਤੇਰੇ ਕਰਕੇ ਹੁੰਦਾ ਪਿਆ, ਤੇ ਉਹ ਡਟ ਕੇ ਉਹਦੇ ਅੱਗੇ ਖੜ ਕੇ ਉਹਦੀ ਤਸਵੀਰ ਸਾਹਮਣੇ ਦਿਖਾਉਂਦਾ ਵੀ ਤੂੰ ਗਲਤ ਕਰ ਰਿਹਾ ਤੇ ਕਰਾ ਰਿਹਾ, ਤੂੰ ਆਪਦੀ ਪਾਵਰ ਦਾ ਫਾਇਦਾ ਗਲਤ ਚੱਕਦਾ ਪਿਆ। ਯੋਧਾ ਹੁੰਦਾ। ਇਸੇ ਤਰੀਕੇ ਫਿਰ ਮਨ ਨੂੰ ਹੌਸਲਾ ਦਿੰਦੇ ਨੇ, ਮਨ ਨੂੰ ਤਰੀਕਾ ਦੱਸਦੇ ਆ ਵੀ ਇਹ ਸਾਰਾ ਖੇਲ ਹੈ, ਟੀਮ ਹੈ ਮੇਰੀ, ਪੰਜਾਂ ਦਾ ਬਲ ਬਹੁਤ ਹੋ ਗਿਆ, ਇਹਨਾਂ ਨੇ ਬੜਾ ਸੰਸਾਰ ਸਾਰਾ ਹੀ ਵਸ ਕਰ ਲਿਆ, ਇਹਨੂੰ ਚਿਹਰਾ ਦਿਖਾਓ ਇਹਨਾਂ ਦਾ, ਤੁਸੀਂ ਮੇਰੇ ਤੇ ਧਿਆਨ ਰੱਖਿਆ ਜੇ, ਤੇ ਤੁਸੀਂ ਚਾਹੇ ਤੁਹਾਡਾ ਆਕਾਰ ਛੋਟਾ ਹੈ ਚਾਹੇ ਵੱਡਾ ਹੈ, ਚਾਹੇ ਤੁਸੀਂ ਇੱਕ ਹੋ ਇਹ ਅਨੇਕ ਨੇ, ਜੇ ਤੁਸੀਂ ਮੇਰੇ ਤੇ ਧਿਆਨ ਰੱਖੋਗੇ ਤੇ ਕਹਿੰਦੇ ਕੀੜੀ ਤੁੱਲ ਨਾ ਹੋਵਣੀ ਜੇ ਤੇ ਮਨੋ ਨਾ ਵਿਸਰੈ, ਤੁਸੀਂ ਤੋਲੇ ਨਹੀਂ ਜਾਓਗੇ, ਹੁਕਮ ਤੇ ਚੱਲਿਆ ਜੇ। ਫਿਰ ਉਹ ਵਿਰਲੇ ਮਨ ਹਰ ਇੱਕ ਉਸ, ਕਿਉਂਕਿ ਕਾਲ ਦੀ ਪਾਵਰ ਬੜੀ ਹੈ, ਕਿਸੇ ਨੂੰ ਗਿਆਨ ਚ ਫਸਾ ਲੈਂਦਾ ਹੈ, ਕਿਸੇ ਨੂੰ ਕਿਸੇ ਦੇ ਦੇਹ ਦੇ ਮੋਹ ਚ ਫਸਾ ਦਿੰਦਾ ਹੈ, ਕਿਤੇ ਦੁਨਿਆਵੀ ਗੁਰੂ ਬਣਾ ਕੇ ਉਹਦੇ ਮੋਹ ਚ ਫਸਾ ਦਿੰਦਾ ਹੈ, ਗਿਆਨ ਦੇ ਦਿੰਦਾ, ਧਿਆਨ ਵੀ ਦੇ ਦਿੰਦਾ, ਪਰ ਜਿੰਨੀ ਦੇਰ ਤੱਕ ਸੰਪੂਰਨ ਧਿਆਨ ਅੱਗੋਂ ਨਿਰੰਕਾਰ ਦੇ ਉੱਪਰ ਨਹੀਂ ਲੱਗਦਾ, ਜਿੰਨੀ ਦੇਰ ਤੱਕ ਅਸੀਂ ਆਕਾਰਾਂ ਦੇ ਮੋਹ ਤੋਂ ਨਹੀਂ ਨਿਕਲਦੇ, ਜਿੰਨੀ ਦੇਰ ਤੱਕ ਅਸੀਂ ਵੇਦਾਂ ਸ਼ਾਸਤਰਾਂ ਦੇ ਮੋਹ ਤੋਂ ਨਹੀਂ ਨਿਕਲ ਕੇ ਪੂਰੀ ਜਿਹੜੀ ਇੱਕ ਸੇਵਾ ਜਿੱਥੋਂ ਵੇਦ ਸ਼ਾਸਤਰ ਧਰਮ ਪ੍ਰਗਟ ਹੁੰਦਾ, ਸੰਤ ਸਾਧੂ ਪ੍ਰਗਟ ਹੁੰਦੇ ਨੇ, ਉਨੀ ਉਸ ਅਵਸਥਾ 'ਚ ਨਹੀਂ ਜਾਂਦੇ, ਉਨੀ ਦੇਰ ਤੱਕ ਨਹੀਂ ਕਾਲ ਦਾ ਕੋਈ ਮੂੰਹ ਭੰਨ ਸਕਦਾ, ਚਾਹੇ ਆਪ ਦੇ ਵਿਚਾਰਾਂ 'ਚ ਕੋਈ ਖੁਸ਼ ਹੋਈ ਜਾਏ ਜੀ ਸਾਨੂੰ ਬੜਾ ਗਿਆਨ ਆ, ਬੜਾ ਸਾਡੇ ਕੋਲ ਸਿਮਰਨ, ਪਰ ਉਹਦੇ ਨੇਤਰਾਂ ਦਾ ਪਤਾ ਲੱਗਦਾ, ਬਚਨਾਂ ਦਾ ਪਤਾ ਲੱਗਦਾ ਵੀ ਕਿਸ ਤਰ੍ਹਾਂ। ਪਹਿਲੋਂ ਅਸੀਂ ਕਾਲ ਨੂੰ ਜਪ ਕੇ ਹਰਾਉਣਾ, ਫਿਰ ਕਾਲ ਨੂੰ ਅਸੀਂ ਗਿਆਨ ਦੁਆਰਾ ਹਰਾਉਣਾ, ਮਨ ਨੂੰ ਗਿਆਨ ਦੇ ਦੇਣਾ, ਸੱਚਾ ਗਿਆਨ। ਉਸ ਗਿਆਨ ਮਨ ਜਦੋਂ ਆਪਦਾ ਸੱਚਾ ਗਿਆਨ ਧਾਰਨ ਕਰੇਗਾ, ਕਾਲ ਉਹਦੇ ਪਾਸੇ ਗਿਆਨ ਸੱਟੇਗਾ, ਮਨ ਜਦੋਂ ਦਾ ਗਿਆਨ ਨਹੀਂ ਲਏਗਾ ਉਹ ਹਾਰ ਜਾਏਗਾ। ਕਾਲ ਦੇ ਗਿਆਨ ਤੋਂ ਮਨ ਮੁਕਤ ਹੋ ਕੇ ਆਪ ਦਾ ਗਿਆਨ ਗੁਰੂ ਤੋਂ ਗਿਆਨ ਲੈਂਦਾ, ਉਦੋਂ ਕਾਲ ਗਿਆਨ ਦੇ ਵਿੱਚ ਹਾਰ ਜਾਂਦਾ। ਸਿਮਰਨ ਦੁਆਰਾ ਜਦੋਂ ਅਸੀਂ ਵਾਹਿਗੁਰੂ ਸ਼ਬਦ ਦਾ ਸਿਮਰਨ ਕਰਦੇ ਹਾਂ, ਕਾਲ ਵਿਚਾਰ ਦਿੰਦਾ, ਪਰ ਅਸੀਂ ਸੱਚ ਉੱਪਰ ਧਿਆਨ ਸਾਡਾ ਜਦੋਂ ਲੱਗ ਜਾਂਦਾ, ਅਸੀਂ ਸਿਮਰਨ ਕਰੀ ਜਾਂਦੇ ਹਾਂ, ਕਾਲ ਦੇ ਵਿਚਾਰਾਂ ਦੀ ਪਰਵਾਹ ਨਹੀਂ ਕਰਦੇ, ਪਿੱਛੇ ਹਟ ਜਾਂਦੇ, ਉਦੋਂ ਅਸੀਂ ਸਿਮਰਨ ਦੁਆਰਾ ਜਿੱਤ ਜਾਂਦੇ ਹਾਂ। ਫਿਰ ਧਿਆਨ ਦੁਆਰਾ ਕਾਲ ਆਪ ਦੇ ਧਿਆਨ ਜਿਹੜਾ ਹੈ ਉਹ ਆਪ ਦੇ ਦੇਹ ਵਿੱਚ ਲਵਾਉਂਦਾ ਹੈ, ਆਪ ਦੇ ਜਿਹੜੇ ਸੰਤ ਸਾਧੂ ਹੁੰਦੇ ਆ ਉਹਨਾਂ ਦੇ ਪਿੱਛੇ ਕਮਲਾ ਕਰ ਦਿੰਦਾ ਬਈ, ਉਹ ਭਾਵ ਕੇ ਬੰਦਾ ਗਿਆਨ ਧਿਆਨ ਦੁਆਰਾ ਨਿਕਲ ਕੇ ਵੀ ਤੇ ਫਿਰ ਜਾ ਕੇ ਉਹ ਫਸ ਜਾਂਦਾ ਉੱਥੇ ਵੀ ਨਹੀਂ ਜੀ ਆਹ ਹੀ ਗੁਰੂ ਹੈ ਸਾਡਾ, ਆਹ ਇਸ ਤਰ੍ਹਾਂ ਜੀ ਉਸ ਤਰ੍ਹਾਂ, ਪੂਰੇ ਗੁਰੂ ਦੀ ਸ਼ਰਨ ਚੋਂ ਹਟ ਕੇ ਉਹਦਾ ਰਸਤਾ ਪੁੱਛ ਕੇ ਫਿਰ ਦੇਹ ਵਿੱਚ ਜਾ ਵੜਦਾ ਕਿਸੇ ਨਾ ਕਿਸੇ 'ਚ, ਜਾਂ ਇਹ ਕਾਲ ਦੇ ਕਿਸੇ ਪਾਸੇ ਉਸੇ ਧਿਆਨ ਲੱਗ ਜਾਂਦਾ, ਸੁਖਮਨ 'ਚ ਲੱਗ ਜਾਂਦਾ, ਪਾਉਣ ਦੇ ਸ਼ਬਦਾਂ 'ਚ ਲੱਗ ਜਾਂਦਾ, ਮਾੜੀ ਮੋਟੀ ਅਵਸਥਾ ਹੋ ਜਾਂਦੀ ਹੈ, 10 ਲੋਕ ਪਿੱਛੇ ਲੱਗ ਜਾਂਦੇ, ਹੋਰ ਕੀ ਹੈ, ਉਹ ਕੱਢਦਾ ਹੈ ਸਾਰੇ ਪਾਸੋਂ। ਬੜਾ ਵਿਰਲਾ ਹੋਏਗਾ ਉਹ ਜਿਹੜਾ ਨਿਕਲਦਾ ਹੈ, ਨਿਕਲ ਕੇ ਤੇ ਉਹ ਜਿੰਨੀ ਸਾਰੀ ਸੇਵਾ ਹੈ, ਫਿਰ ਉਹ ਜਿਹੜਾ ਨਿਕਲਿਆ ਹੁੰਦਾ ਹੈ ਨਾ, ਉਹਨੂੰ ਨਾ ਜਪਣ ਦੀ, ਨਾ ਗਿਆਨ ਕਰਨ ਦੀ, ਨਾ ਧਿਆਨ ਕਰਨ ਦੀ ਲੋੜ ਪੈਂਦੀ, ਉਹਦਾ ਜਾਪ ਜਿਹੜਾ ਹੈ, ਉਹਦਾ ਧਿਆਨ, ਉਹਦਾ ਸਾਰਾ ਇਹ ਜਿਹੜਾ ਦੁਨਿਆਵੀ ਕਰਮਕਾਂਡ ਹੈ, ਦੁਨਿਆਵੀ ਧਰਮ ਹੈ, ਇਹ ਗੁਰਮੁਖ ਨੂੰ ਕਰਨ ਦੀ ਲੋੜ ਨਹੀਂ ਪੈਂਦੀ। ਫਿਰ ਇਹ ਤਾਂ ਗੁਰਮੁਖ ਕਰਦੇ ਨੇ ਸੰਸਾਰ ਨੂੰ ਸੁੱਖ ਦੇਣ ਵਾਸਤੇ ਜਾਂ ਕਰਾਉਂਦੇ ਨੇ, ਜਾਂ ਸੰਸਾਰ ਨੂੰ ਵੀ ਆਪ ਦੇ ਜਿਸ ਮਾਰਗ ਤੇ ਗਏ ਨੇ ਉੱਥੇ ਲਿਆਉਣ ਵਾਸਤੇ ਆਪ ਉਹ ਨਿਰਲੇਪ ਰਹਿੰਦੇ ਨੇ, ਕਿਉਂਕਿ ਉਹ ਸਮਾ ਚੁੱਕੇ ਨੇ। ਸਮਾ ਚੁੱਕਿਆ ਕੀ ਭਗਤੀ ਕਰੇਗਾ? ਮਹਾਰਾਜ ਕਹਿੰਦੇ ਪਏ ਨੇ 184 ਮੇਦਨੀ ਸਭ ਸੇਵ ਕਰਨ ਦਾ, ਇਹ ਵੈਰੀ ਮਿੱਤਰ ਸਭ ਕੀਤਿਆਂ ਨੇ ਮੰਗੇ ਬੰਦਾ। ਜਿਹੜੇ 5 ਵੈਰੀ ਬਣੇ ਹੋਏ ਸੀ ਉਹ ਮਿੱਤਰ ਬਣਾ ਦਿੱਤੇ, ਉਹ ਮੰਦਾ ਨਹੀਂ ਮੰਗਦੇ, ਨੌਕਰ ਬਣ ਗਏ, ਤੇ 84 ਲੱਖ ਸੇਵ ਕਰਾਉਂਦੀ ਆ। 84 ਲੱਖ ਹੀ ਜਿਹੜੇ ਸਾਡੇ ਰੋਮਾਂ ਦੇ ਵਿੱਚ ਸਮਾਏ ਹੋਈ 84 ਲੱਖ ਜੂਨ ਆ,
ਇਹ ਸਾਰੀ ਦਿਹਾੜੀ ਸਾਡੇ ਜਦੋਂ ਮਨ ਸਹਿਜ ਵਿੱਚ ਚਲਾ ਜਾਂਦਾ, ਰੋਮਾਂ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜਿਹੜਾ ਅਸੀਂ ਸ਼ਬਦ ਦਾ ਜਾਪ ਕਰਦੇ ਹਾਂ, ਭਾਵ ਕਿ ਇਹ ਸੁਰਤ ਧਿਆਨ ਰੂਪ ਹੋ ਕੇ ਸਾਰੇ ਰੋਮਾਂ ਵਿੱਚ ਸਾਡੇ ਸਿਮਰਨ ਚੱਲੀ ਜਾਂਦਾ। ਫਿਰ ਸਾਡਾ ਸਰੀਰ ਸਾਡੇ ਵਾਸਤੇ ਸਿਮਰਨ ਕਰਦਾ, ਕਿਉਂਕਿ ਇਹ ਵਾਹਿਗੁਰੂ ਰਾਮ ਹਰੀ ਅੱਲਾ ਸਿਮਰਨ ਹੀ ਜਿਹੜਾ ਹੈ ਇਸ ਜਲ ਦੇ ਬਣੇ ਹੋਏ ਸਰੀਰ ਦਾ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਗਾਹ ਦੇ ਵਿੱਚ ਮਨ ਕਬੂਲ ਹੋ ਜਾਂਦਾ, ਫਿਰ ਮਨ ਨੂੰ ਇਹ ਯਤਨ ਕਰਨ ਦੀ ਲੋੜ ਨਹੀਂ ਪੈਂਦੀ। ਧਿਆਨ ਸੱਚ 'ਚ ਹੋ ਗਿਆ ਤੇ ਸਾਰੇ ਪੌਣ ਪਾਣੀ ਬਸੰਤਰ ਸਾਰੀ ਉਹ ਦੇਹੀ ਮੁਕਤ ਹੋ ਕੇ ਆਪੋ ਆਪ ਦੀ ਸੇਵਾ ਤੇ ਆਪੋ ਆਪ ਦਾ ਸਾਰਾ ਕ੍ਰੈਡਿਟ ਸੰਭਾਲ ਲੈਂਦੇ ਆ। ਕਿਉਂਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਫਿਰ ਮੈਨੂੰ ਹੋਰ ਕੀ ਸੋਚਣ ਦੀ ਲੋੜ ਹੈ, ਮੇਰੇ ਵੱਲ ਤੂੰ ਹੈ। ਜਿਹੜਾ ਮੰਤਰੀ ਜਾਂ ਪ੍ਰਧਾਨ ਮੰਤਰੀ ਆ ਜਾਂ ਵੱਡਾ, ਫਿਰ ਉਹਨੂੰ ਕਿਹੜੇ ਪਾਸ ਦੀ ਲੋੜ ਆ ਤੇ ਉਹਨੂੰ ਕਿਹੜੇ ਜਾਪ ਦੀ ਲੋੜ ਆ, ਕਿਹੜੇ ਤਾਪ ਦੀ ਲੋੜ ਆ, ਕਿਹੜੇ ਪੁੱਛਣ ਦੀ ਲੋੜ ਆ। ਉਹਨੇ ਕਾਲ ਦਾ ਮੂੰਹ ਭੰਨਦਾ, ਉਹਨੇ ਆਪ ਭੰਨਿਆ ਤੇ ਫਿਰ ਉਹ ਕਹਿੰਦਾ ਜੀ ਹੁਣ ਹੋਰ ਭੰਨੀਏ, ਭੰਨੋ। ਉਹ ਫਿਰ ਹੋਰ ਕਹਿੰਦਾ ਜੀ ਕਿਰਪਾ ਕਰੋ, ਹੋਰ ਵੀ ਕੋਈ ਗੁਰਮੁਖ ਗੁਰਸਿੱਖ ਫਸਿਆ ਸਾਰਾ ਸੰਸਾਰ ਹੋਇਆ, ਕਰੋ ਕਿਰਪਾ, ਕੱਢ ਦਈਏ ਜਿੰਨੇ ਥੋੜੇ ਨੇ। ਫਿਰ ਉਹ ਹੋਰ ਗਾਂਹ ਵਰਤਾਉਂਦੇ ਨੇ ਤਰੀਕਿਆਂ ਨਾਲ। ਫਿਰ ਮਹਾਰਾਜ ਉਹਨਾਂ ਨੂੰ ਮੰਨੇ ਤਰੇ ਤਾਰੇ ਗੁਰਸਿੱਖ, ਵੀ ਗੁਰਸਿੱਖਾਂ ਨੂੰ ਅੱਗੇ ਆਪ ਜਪਿਆ ਤੁਸੀਂ ਅਗਾਂਹ ਵੀ ਜਪਾਓ। ਤੇ ਫਿਰ ਉੱਥੇ ਚੱਲ ਕੇ ਫਿਰ ਉਹ ਗਾਂਹ ਕਿਰਪਾ ਕਰਦੇ ਨੇ ਸਾਰਿਆਂ ਦੇ, ਕਹਿੰਦੇ ਜਪੋ ਬਈ। ਫਿਰ ਉਹਨਾਂ ਦੇ ਦ੍ਰਿਸ਼ਟੀ ਰੱਖਦੇ ਨੇ, ਜਿਵੇਂ ਮਾਲਕ ਨੇ ਉਹਨਾਂ ਦੇ ਦ੍ਰਿਸ਼ਟ ਰੱਖ ਕੇ ਉਹਨਾਂ ਨੂੰ ਕੱਢਿਆ ਹੁੰਦਾ, ਫਿਰ ਉਹਨਾਂ ਨੂੰ ਆਪਦੇ ਵਾਲਾ ਕਰਤੱਵ ਸੌਂਪਦਾ ਹੈ, ਭਾਵ ਕਿ ਸਾਧ ਰੂਪ ਥਾਪ ਕੇ ਉਹ ਕਹਿੰਦਾ ਤੁਸੀਂ ਵੀ ਅੱਗੇ ਕਰੋ। ਫਿਰ ਉਹ ਜਦੋਂ ਸੰਗਤ ਰੂਪ ਦੇ ਵਿੱਚ ਸੰਗਤੀ, ਜਿਵੇਂ 84 ਲੱਖ ਜੂਨ ਅੰਦਰੋਂ ਉਹਨਾਂ ਦਾ ਸਿਮਰਨ ਕਰਦੀ, ਇਸ ਤਰ੍ਹਾਂ ਬਾਹਰੋਂ ਵੀ ਸਾਰੀ ਜਿਹੜਾ ਸੰਸਾਰ ਵੇਦ ਉਹਨਾਂ ਤੋਂ ਲਾਹਾ ਲੈਂਦਾ, ਉਹਨਾਂ ਉੱਪਰ ਧਿਆਨ ਧਰ ਕੇ ਉਹ ਫਿਰ ਸਿਮਰਨ ਕਰਾਉਂਦੇ ਨੇ। ਕਾਲ ਦਾ ਹੋਰ ਬਲ ਟੁੱਟਦਾ ਵੀ ਇੱਕ ਨਹੀਂ ਸੀ ਮਾਣ, ਇਹ ਅਨੇਕਾਂ ਪੈਦਾ ਕਰੀ ਜਾਂਦੇ ਨੇ। ਫਿਰ ਇਸ ਤਰੀਕੇ ਕਰਕੇ ਇੱਕ ਗੁਰਮੁਖ ਹੁੰਦਾ, ਇੱਕ ਹੀ ਗੁਰਮੁਖ ਜਿਹੜਾ ਮਾਲਕ ਦੀ ਸ਼ਰਨ ਦੇ ਵਿੱਚ ਜਾ ਕੇ ਪੈਦਾ ਹੋ ਕੇ, ਤੇ ਫਿਰ ਉਹ ਇੱਕ ਤੋਂ ਅਨੇਕ, ਚਲੋ ਸਾਰੇ ਉਸ ਅਵਸਥਾ ਤੱਕ ਪਹੁੰਚਣ ਨਾ ਪਹੁੰਚਣ, ਪਰ ਕੋਈ ਫਿਰ ਸਿਮਰਨ ਦੁਆਰਾ ਕਾਲ ਦਾ ਬਲ ਤੋੜਨ ਲੱਗ ਜਾਂਦਾ ਹੈ, ਕੋਈ ਗਿਆਨ ਦੁਆਰਾ ਤੋੜਨ ਲੱਗ ਜਾਂਦਾ ਹੈ, ਕੋਈ ਧਿਆਨ ਦੁਆਰਾ ਤੋੜਨ ਲੱਗ ਜਾਂਦਾ ਹੈ, ਕੋਈ ਸਹਿਜ ਦੁਆਰਾ ਤੋੜਨ ਲੱਗ ਜਾਂਦਾ। ਉਹ ਫਿਰ ਕਾਲ ਦਾ ਬਲ ਤੋੜਦੇ ਆ ਜਿੰਨੀ ਦੇਰ ਤੱਕ ਉਹ ਸਵਾਸਾਂ ਰੂਪੀ ਭੋਜਨ ਆ ਜਿਹੜਾ ਮਨ ਦਾ ਮਾਇਆ ਦੇ ਦੇਸ਼ 'ਚ ਮਿਲਿਆ ਹੈ, ਇੱਥੇ ਰਹਿੰਦੇ ਨੇ, ਉਨੀ ਦੇਰ ਤੱਕ ਉਹ ਕਾਲ ਦਾ ਬਲ ਤੋੜਦੇ ਨੇ ਤੇ ਤੁੜਵਾਉਂਦੇ ਨੇ। ਤੇ ਇਹੀ ਸਤਿਗੁਰ ਨੂੰ ਉਹਨਾਂ ਨੇ ਪੁੱਛਿਆ ਸੀ, ਤੇ ਇਹੀ ਸਤਿਗੁਰ ਨੇ ਇਹਨਾਂ ਦੀ ਡਿਊਟੀ ਲਾਈ ਹੁੰਦੀ। ਤੇ ਗਾਂਹ ਦੀ ਗਾਂਹ ਇਸ ਤਰੀਕੇ ਫਿਰ ਜਿੰਨੀ ਦੇਰ ਤੱਕ ਤਾਂ ਉਹ ਰਹਿੰਦੇ ਆ ਇਸ ਦੇਸ਼ ਦੇ ਵਿੱਚ, ਇਸ ਧਰਤੀ ਦੇ ਉੱਪਰ ਧਰਮ ਪੈਦਾ ਹੁੰਦਾ। ਜਦੋਂ ਉਹ ਚਲੇ ਜਾਂਦੇ ਨੇ ਫਿਰ ਸਤਿਗੁਰ ਕਿਸੇ ਦੀ ਡਿਊਟੀ ਲਾਉਣ ਜਾਂ ਉਹਨਾਂ ਕੋਈ ਸੂਰਮਾ ਹੋਵੇ ਤਾਂ ਠੀਕ ਹੈ, ਨਹੀਂ ਤਾਂ ਫਿਰ ਸਗਲੀ ਧਰਤੀ ਸਾਧ ਕੀ ਤਸਕਰ ਵੈਸੇ ਖਾਏ। ਸਾਧੂਆਂ ਦੀ ਧਰਤੀ ਤੇ ਫਿਰ ਤਸਕਰੀ ਚੱਲ ਪੈਂਦੀ ਆ, ਕਿਉਂਕਿ ਤਸਕਰ ਪੈਦਾ ਹੁੰਦੇ ਤਾਂ ਟਾਈਮ ਨਹੀਂ ਲੱਗਦਾ ਨਾ ਜੀ। ਚੋਰ ਬਣਦੇ ਟਾਈਮ ਨਹੀਂ ਲੱਗਦਾ ਹੁੰਦਾ, ਬਣਦੇ ਤਾਂ ਸਾਧ ਬਣਦੇ ਟਾਈਮ ਲੱਗਦਾ, ਸਾਰੀ ਉਮਰਾਂ ਲੰਘ ਜਾਂਦੀ ਹੈ। ਬਣਦਾ ਕੀ ਹੈ, ਜੁੜਿੰਦਿਆਂ ਕਈ ਮਾਂ ਟੁੱਟਿੰਦਿਆਂ ਇੱਕ ਨੂੰ, ਭਾਵ ਕਿ ਪੌਦੇ ਨੂੰ ਤੁਸੀਂ ਪਾਲਣਾ ਹੈ, ਵੱਡਾ ਕਰਨਾ ਹੈ, ਸਾਰੀ ਉਮਰ ਲੱਗ ਜਾਂਦੀ ਹੈ ਉਹਦੀ ਸਾਂਭ ਸੰਭਾਲ, ਉਹਨੂੰ ਪਾਣੀ ਦਿੰਦੇ, ਉਹਦਾ ਗੰਦ ਪੁੱਟਦੇ। ਵੱਢਣਾ ਤੇ 2 ਮਿੰਟ ਨਹੀਂ ਲੱਗਣੇ, 2 ਟੋਕੀ ਮਾਰਨੇ। ਇੱਕ ਦੂਜੇ ਨਾਲ ਯਾਰੀ ਦੋਸਤੀ ਭਾਈਚਾਰਾ ਬਣਾਉਣਾ ਬੜਾ ਟਾਈਮ ਲੱਗ ਜਾਂਦਾ, ਸਾਰੀ ਉਮਰਾਂ ਲੱਗ ਜਾਂਦੀ। ਤੋੜਨੀ ਤੇ ਇੱਕ ਦੂਜੇ ਨੂੰ ਮਾੜਾ ਸ਼ਬਦ ਹੀ ਕਹਿਣਾ। ਇਸੇ ਤਰੀਕੇ ਜਦੋਂ ਸਾਧ ਬਣਨਾ, ਮਨ ਨੂੰ ਘੋਟਣਾ, ਬੜੀ ਮਿਹਨਤ ਲੱਗਦੀ, ਸਾਰੀ ਉਮਰਾਂ ਲੱਗ ਜਾਂਦੀ, ਬੜੀ ਸੇਵਾ ਚਾਕਰੀ ਕਰਨੀ ਪੈਂਦੀ ਹੈ ਅੱਗੇ ਪਿੱਛੇ ਮਾਲਕ ਦੀ, ਸ਼ਬਦ ਦੀ, ਸਾਧੂਆਂ ਦੀ। ਤੇ ਜਦੋਂ ਚੋਰ ਬਣਨਾ, ਹਉਮੈ ਚ ਆਉਣਾ, ਤੇ ਫਿਰ ਤਾਂ ਇੱਕ ਵਿਚਾਰ ਹੀ ਲੈਣਾ, ਤਿਆਰ ਖੜਾ ਅਗਲਾ। ਤੇ ਤੁਸੀਂ ਦੇਖੋ ਜਿਹੜੀ ਚੀਜ਼ ਇੰਨੀ ਸੌਖੀ ਹੈ, ਸੌਖੇ ਰੂਪ ਵਿੱਚ ਮਿਲਦੀ, ਹਮੇਸ਼ਾ ਉਹ ਤੰਗ ਕਰਦੀ ਹੈ। ਤਾਂ ਹੀ ਘਾਲ ਖਾਏ ਕੇ ਛੱਤੋਂ ਦੇ, ਨਾਨਕ ਰਾਹ ਪਛਾਣਿਆ ਸੀ। ਘਾਲਣਾ ਕਰਨੀ ਪੈ ਗਈ ਗੁਰਮੁਖੋ, ਅਵੇਸਲੇ ਹੋ ਕੇ ਨਹੀਂ ਫਰਕ ਪੈਂਦਾ। ਬਚਨ ਦੀ ਚੋਟ ਸਹਿਣੀ ਪਏਗੀ, ਚੋਟ ਸਹਾਰੇ ਸ਼ਬਦ ਕੀ ਤਾਸ ਗੁਰੂ ਮੈਂ ਦਾਸ। ਸ਼ਬਦ ਦੀ ਚੋਟ ਸਹਿਣੀ ਪਏਗੀ, ਗੁਰਮੰਤਰ ਦੀ ਕਮਾਈ ਕਰਨੀ ਪਏਗੀ, ਗਿਆਨ ਦਾ ਪੁਲੀਤਾ ਬੰਨਣਾ ਪਊਗਾ ਮਨ 'ਚ। ਸੌਖੇ ਨਾ ਕਿਤੇ ਆਪਦੇ ਆਪ ਨੂੰ ਕਰ ਲਿਆ ਜੇ। ਮੈਂ ਉਦੋਂ ਵੀ ਗੱਲ ਕੀਤੀ ਸੀ, ਜਿਹੜਾ ਸੁਖਿਆਈ ਲੱਭੇਗਾ ਉਹ ਤਸਕਰਾਂ ਦੇ ਹੱਥ ਆ ਜਾਏਗਾ। ਸੋ ਤਾਂ ਹੀ ਔਖਿਆਈ ਕਿੰਨੀ ਹੋ ਸਕਦੀ ਹੈ, ਉਹ ਦਸਮ ਪਾਤਸ਼ਾਹ ਨੇ ਆਪਦੇ ਜੀਵਨ 'ਚ ਆਪਾਂ ਨੂੰ ਦੱਸੀ, 10 ਪਾਤਸ਼ਾਹੀਆਂ ਨੇ ਦੱਸੀ ਆਪਾਂ ਨੂੰ। ਇੰਨਾ ਵੀ ਆ ਜਾਵੇ ਤੇ ਮਾਲਕ ਤੋਂ ਪਿੱਛੇ ਨਹੀਂ ਹਟਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।